ਜਦੋਂ ਬਗੈਰਤਾ ਨੂੰ ਖੁਦਾ ਦੀ ਜ਼ਾਤ ਫੜਦੀ ਹੈ ਨਾ ਤੇ ਫਿਰ ਕੀ ਕਰਦੀ ਹੈ। ਛੋਟੀ ਜਿਹੀ ਗੱਲ ਸੁਣਿਓ ਜ਼ਰੂਰ ਕਿ ਦੁਬਈ ਦੇ ਵਿੱਚ ਇੱਕ ਵੈਲ ਸੈਟਲਡ ਮੁੰਡਾ ਸੀਗਾ ਮਾਸ਼ਾਅੱਲਾ, ਤੇ ਵਾਵਾ ਇੱਥੇ ਡਰਾਈਵਰੀ ਸ਼ਰਵੀ ਕਰਦਾ ਸੀ, ਪੈਸੇ ਚੰਗੇ ਕਮਾਉਂਦਾ, ਇੰਡੀਆ ਪੰਜਾਬ ਨਾਲ ਉਹਦਾ ਤਾਲੁਕ ਸੀ। ਤੇ ਉਹਨੇ ਆਪਣੇ ਉੱਥੇ ਸ਼ਾਦੀ ਕੀਤੀ, ਤਕਰੀਬਨ ਇਹਦੀ 26-27 ਸਾਲ ਉਮਰ ਸੀਗੀ ਤੇ 21-22 ਸਾਲ ਦੀ ਥੋੜੇ ਮਾੜੇ ਘਰ ਦੀ ਧੀ ਲਿਆਂਦੀ। ਤੁਹਾਨੂੰ ਪਤਾ ਸਹੁਰੇ ਬੜਾ ਕੁਝ ਸੋਚਦੇ ਆ ਵੀ ਚਲੋ ਮੁੰਡਾ ਤਾਂ ਸਾਡਾ ਬਾਹਰ ਰਹਿੰਦਾ, ਜੇ ਬਹੁਤੀ ਪੜ੍ਹੀ ਲਿਖੀ ਹੋਈ ਤਾਂ ਇਹਨੇ ਕਹਿਣਾ ਮੈਨੂੰ ਉੱਥੇ ਸੈਟਲ ਕਰੋ, ਕਿਸੇ ਮਾੜੇ ਘਰ ਦੀ ਲੈ ਆਉਂਦੇ ਆ, ਚਲ ਇੱਥੇ ਸਾਡੇ ਕੱਪੜੇ ਧੋਂਦੀ ਰਹੂਗੀ। ਖੈਰ ਲੜਕੀ ਖੂਬਸੂਰਤ ਬੜੀ ਸੀ, ਸ਼ਕਲ ਬੜੀ ਸੀ, ਰੱਬ ਨੇ ਦਿੱਤੀ ਉਹਨੂੰ, ਸੀਗੀ ਵੀ ਵਿਚਾਰੀ ਸ਼ਰੀਫ ਵੀ ਸੀ, ਗੈਰਤਮੰਦ ਵੀ ਸੀ। ਜਦੋਂ ਸ਼ਾਦੀ ਹੋ ਗਈ ਰੱਬ ਨੇ 3 ਸਾਲ ਉਹਨਾਂ ਦਾ ਜੋੜਾ ਯਾਨੀ ਕਾਇਮ ਰੱਖਿਆ, ਅੱਲਾ ਨੇ ਬੱਚਾ ਵੀ ਦੇ ਦਿੱਤਾ, ਬੜੇ ਖੁਸ਼ ਘਰ ਵਾਲੇ ਵੀ, ਮੁੰਡਾ ਵੀ ਬੜਾ ਖੁਸ਼। ਇੱਥੇ ਦੁਬਈ ਦਾ ਚੱਕਰ ਵੀ ਆਪਣੇ ਬੰਦੇ ਕੋਲ ਲਾ ਗਈ, 2 ਮਹੀਨੇ ਬੱਚੇ ਇਹਦੇ ਕੋਲ ਵੀ ਰਹਿ ਗਈ। ਤੇ ਫਿਰ ਜਦੋਂ ਵਾਪਸ ਗਈ ਕੁਛ ਅਰਸੇ ਬਾਅਦ ਪਤਾ ਲੱਗਾ ਕਿ ਉਹਦੇ ਸ਼ੌਹਰ ਦੀ ਇੱਥੇ ਰੋਡ ਦੇ ਉੱਤੇ ਐਕਸੀਡੈਂਟ ਦੇ ਦੌਰਾਨ ਡੈਥ ਹੋ ਗਈ ਹੈ। ਰੋਣਾ ਉਹ ਤਾਂ ਪਿੱਟਣਾ ਤਾਂ ਖੈਰ ਇੱਕ ਰੂਟੀਨ ਹੈ, ਉਹ ਤਾਂ ਹੁੰਦਾ ਹੀ ਹੈ, ਚਲੋ ਪਰੇਸ਼ਾਨੀਆਂ ਤਾਂ ਹੁੰਦੀਆਂ ਗਈਆਂ, ਲੇਕਿਨ ਘਰ ਵਾਲਿਆਂ ਨੇ ਉਹਨੂੰ ਇੱਕ ਕਮਰਾ ਨਾਲ ਲਿਆ ਤਾਂ ਦੇ ਦਿੱਤਾ ਕਿ ਤੂੰ ਰਹਿਣਾ ਤੇ ਰਹਿ, ਤੇਰੀ ਮਰਜ਼ੀ, ਆਪਣੇ ਪੇਕਿਆਂ ਦੇ ਜਾਣਾ ਪੇਕਿਆਂ ਦੇ ਚਲੀ ਜਾ ਤੇ ਰਹਿਣਾ ਤੇ ਰਹਿ। ਉਹ ਜਦੋਂ ਖਰਚਾ ਉਹਨੂੰ ਲਿਮਟਿਡ ਲੱਗਾ ਲੱਭਣ, ਪਹਿਲੇ ਬੰਦੇ ਦੇ ਦੌਰ ਦੇ ਵਿੱਚ ਸੂਰਤ ਹਾਲ ਹੋਰ ਸੀ, ਤੇ ਉਹਨੂੰ ਗਿਣ ਕੇ 1000-2000 ਨੂੰ ਦੇਣ ਲੱਗੇ ਤੇ ਉਹ ਵਿਚਾਰੀ ਦਾ ਗੁਜ਼ਾਰਾ ਨਾ ਹੋਣਾ। ਬੰਦੇ ਵਾਲੇ ਤੁਹਾਨੂੰ ਪਤਾ ਮੌਜਾਂ ਫਿਰ ਮੁੱਕ ਜਾਂਦੀਆਂ ਨਾ, ਤੇ ਨਾ ਡਰ ਰਿਹਾ ਬੰਦੇ ਦਾ, ਤੇ ਉਹ ਇਹਨਾਂ ਨਾਲ ਗੁੱਸੇ ਹੋ ਕੇ ਤਾਂ ਆਪਣੇ ਪੇਕਿਆਂ ਦੇ ਚਲੀ ਗਈ। ਜਦੋਂ ਪੇਕਿਆਂ ਦੇ ਚਲੀ ਗਈ ਤੇ ਟਿਕਟਾਕਰ ਬੜੇ ਸਾਰੇ ਦਾਅਵੇ ਕਰਦੇ ਆ ਵੀ ਯਾਰ ਟਿਕਟਾਕ ਤੋਂ ਬੜਾ ਪੈਸਾ ਮਿਲਦਾ, ਫੇਸਬੁੱਕ YouTube ਤੋਂ ਬੜਾ ਪੈਸਾ ਮਿਲਦਾ। ਉਹਨੇ ਆਪਣਾ ਘਰ ਚਲਾਉਣ ਵਾਸਤੇ ਕੋਸ਼ਿਸ਼ ਕੀਤੀ, ਉੱਥੇ ਦਾ ਟਿਕਟਾਕਰ ਸੀਗਾ ਨਾ, ਉਹਦੇ ਕੋਲ ਗਈ, ਉਹਦੇ ਨਾਲ ਰਾਬਤਾ ਕੀਤਾ ਵੀ ਮੈਨੂੰ ਤੁਸੀਂ ਵੈਬਸਾਈਟ ਵਗੈਰਾ ਬਣਾ ਦਿਓ। ਮੇਰੇ ਸ਼ੌਹਰ ਨੇ ਮੈਨੂੰ ਫੋਨ ਲੈ ਕੇ ਦਿੱਤਾ, ਮੈਂ ਵੀ ਦੇਵਾਂ। ਉੱਥੇ ਟਿਕਟਾਕਰ ਸਾਹਿਬ ਤੇ ਬੰਦਾ ਸ਼ਰੀਫ ਹੀ ਸੀਗਾ, ਤੇ ਲਾਗੇ ਬੈਠਾ ਹੈ ਜਿਹੜਾ ਭਲਵਾਨ ਬੈਠਾ ਸੀ ਨਾ, ਹਰਾਮਦਾਰ ਨਾਲੇ ਦਾ ਗੰਦਾ ਸੀ। ਤੇ ਉਹ ਚਵਲ ਨੇ ਨਾ ਉਹਦੇ ਕੋਲ ਨੰਬਰ ਲੈ ਲਿਆ ਕਿ ਮੈਂ ਵਿਧਵਾ ਪੈਨਸ਼ਨ ਤੇਰੀ ਲਵਾ ਦਿੰਦਾ, ਤੂੰ ਮੈਨੂੰ ਨੰਬਰ ਆਪਣਾ ਦੇ ਦੇ, ਮੈਂ ਪੈਨਸ਼ਨ ਲਵਾ ਦਿੰਦਾ, ਤੇਰੀ ਮੰਥਲੀ ਪੈਨਸ਼ਨ ਲੱਗੀ ਰਹੂਗੀ, ਤੂੰ ਆਪਣਾ ਆਰਾਮ ਨਾਲ ਲੈ ਕੇ ਆਪਣਾ ਗੁਜ਼ਾਰਾ ਕਰਦੀ ਰਹੇ। ਚਲੋ ਉਹਨੇ ਕਿਹਾ ਠੀਕ ਹੈ, ਨੰਬਰ ਉਹਨੂੰ ਦੇ ਦਿੱਤਾ। ਉਸ ਨੰਬਰ ਦੇ ਵਿੱਚ ਉਹਨੇ ਨਾ ਪਹਿਲੇ ਸਟੈਪ ਤੋਂ ਜਿਹੜਾ ਕੰਮ ਲੋਕ ਕਰਦੇ ਆ ਉਸੇ ਸਟੈਪ ਤੇ ਲਿਆਂਦਾ ਉਹਨੂੰ ਕਿ ਮੇਰੇ ਨਾਲ ਹਮ ਬਿਸਤਰੀ ਕਰੇਂਗੇ ਤੇ ਮੈਂ ਤੇਰੀ ਫਾਈਲ ਸ਼ੁਰੂ ਕਰ ਦਿੰਦਾ। ਉਹ ਫਾਈਲ ਸ਼ੁਰੂ ਹੋਈ ਨਾ, ਫਾਈਲ 13 ਨੰਬਰ ਤੱਕ ਗਈ। ਜਿਸ ਨੰਬਰ ਤੇ ਵੀ ਵਿਚਾਰੀ ਨੂੰ ਉਹਨੂੰ ਲੈ ਕੇ ਗਏ ਉਸੇ ਨੰਬਰ ਤੇ ਉਹਨੇ ਉਹੀ ਆਖਿਆ ਕਿ ਮੇਰੇ ਨਾਲ ਸੌਣਾ ਤੇ ਫਿਰ ਮੈਂ ਸਾਈਨ ਕਰਨੇ। ਕਰਦਿਆਂ ਕਰਾਉਂਦਿਆਂ ਸੂਰਤ ਹਾਲ ਹੋ ਗਈ ਕਿ 13 ਬੰਦਿਆਂ ਦੇ ਨਾਲ ਰਿਲੇਸ਼ਨ ਬਣਾਉਣ ਤੋਂ ਬਾਅਦ ਵੀ, ਕਿਉਂਕਿ ਮਜਬੂਰੀ ਇੰਨੀ ਸੀਗੀ ਕਿ ਉਹ ਤਾਂ ਕਰ ਨਹੀਂ ਸੀ ਚੱਲਦਾ, ਤੇ ਬਹਰਹਾਲ 13 ਬੰਦਿਆਂ ਨਾਲ ਰਿਲੇਸ਼ਨ ਬਣਾਉਣ ਤੋਂ ਬਾਅਦ ਵੀ ਉਹਦੀ ਪੈਨਸ਼ਨ ਨਾ ਲੱਗੀ। ਇੱਕ ਦਿਨ ਧੋਖੇ ਨਾਲ ਹੋਟਲ ਤੇ ਬੁਲਾਇਆ ਕਿ ਸਭ ਤੋਂ ਬੜਾ ਬੌਸ ਹੋਟਲ ਤੇ ਆਇਆ, ਤੂੰ ਹੋਟਲ ਤੇ ਆ ਜਾ। ਉੱਥੇ 2-4 ਬੰਦਿਆਂ ਨੇ ਪ੍ਰੋਗਰਾਮ ਬਣਾਇਆ ਸੀ ਉਹਨੂੰ ਵਿਚਾਰੀ ਨੂੰ ਜ਼ਿਆਦਤੀ ਕਰਨ ਦਾ। ਜਦੋਂ ਉਹਦੇ ਨਾਲ ਉੱਥੇ ਜ਼ਿਆਦਤੀ ਕੀਤੀ ਨਾ, ਤੇ ਉਹ ਬੇਹੋਸ਼ ਹੋ ਗਈ। ਡਾਕਟਰ ਕੋਲ ਲੈ ਗਿਆ। ਡਾਕਟਰ ਕੋਲ ਜਾ ਕੇ ਜਦੋਂ ਸੋਰਸ ਵਾਲੇ ਲੋਕ ਸੀਗੇ ਸਾਰੇ ਸਰਕਾਰੀ ਉਹਦੇ ਦੇ ਫਾਇਲ ਸੀਗੇ, ਡਾਕਟਰ ਨੇ ਸਾਰੇ ਉਹਦੇ ਟੈਸਟ ਕੀਤੇ। ਟੈਸਟ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹਨੂੰ ਤਾਂ ਬਹੁਤ ਜ਼ਬਰਦਸਤ ਏਡਜ਼ ਦੀ ਪੇਸ਼ੈਂਟ ਹੈ, ਤੇ ਇਹਨੂੰ ਤਾਂ ਏਡਜ਼ ਹੈ ਕਾਫੀ ਅਰਸੇ ਤੋਂ, ਤੇ ਹੋਈ ਵੀ ਉਹਨੂੰ ਸ਼ਿਫਟ ਦੇ ਸ਼ੌਹਰ ਤੋਂ। ਉਹ ਸ਼ੌਹਰ ਨੂੰ ਕਿਤੇ ਦੁਬਈ ਦੇ ਵਿੱਚ ਏਡਜ਼ ਲੱਗ ਗਈ ਸੀ, ਉਹਨੂੰ ਪਤਾ ਨਹੀਂ ਸੀ, ਸ਼ੌਹਰ ਨੂੰ ਵੀ ਨਹੀਂ ਸੀ ਪਤਾ, ਬੀਵੀ ਨੂੰ ਵੀ ਨਹੀਂ ਸੀ ਪਤਾ। ਹੁਣ ਸੂਰਤ ਹਾਲ ਕੀ ਬਣੀ, 13 ਦੇ 13 ਬੰਦੇ ਏਡਜ਼ ਦੇ ਵਿੱਚ ਆ ਗਏ, 13 ਦੀਆਂ ਬੀਵੀਆਂ ਜਿਹੜੀਆਂ ਉਹ ਏਡਜ਼ ਦੇ ਵਿੱਚ ਆ ਗਈਆਂ। ਰੱਬ ਦੀ ਪਕੜ ਦੇਖੋ। ਉਹਦੀ ਤਾਂ ਜ਼ਿੰਦਗੀ ਜਿੰਨਾ ਚਿਰ ਹੈ ਚਲੋ ਹੈ, ਲੇਕਿਨ ਗੱਲ ਇਹ ਵੀ 13 ਦੇ 26 ਇਹ ਲਾ ਲਓ 27ਵਾਂ ਸ਼ੌਹਰ ਜਿਹਨੇ ਏਡਜ਼ ਟ੍ਰਾਂਸਫਰ ਕੀਤੀ, 27 ਬੰਦੇ ਦੇ ਜ਼ੇਰੇ ਅਤਾਬ ਆ ਗਏ। ਯਾਰ ਕਿਸੇ ਦੀ ਇੱਜ਼ਤ ਲੁੱਟਣ ਤੋਂ ਪਹਿਲਾਂ 1000 ਦਫਾ ਸੋਚਿਆ ਕਰੋ। ਅਗਲੇ ਦੀ ਮਜਬੂਰੀ ਤੋਂ ਇਸੇ ਚੀਜ਼ ਦਾ ਇਸਲਾਮ ਮਨਾ ਕਰਦਾ ਕਿ ਤੁਹਾਡੇ ਤੇ ਸੂਦ ਕਿਉਂ ਹਰਾਮ ਆ ਕਿ ਅਗਲੇ ਦੀ ਮਜਬੂਰੀ ਦਾ ਫਾਇਦਾ ਨਾ ਚੱਕੋ। ਅੱਲਾ ਸਲਾਮਤ ਰੱਖੇ ਯਾਰ।